माग मजन संग साधुआ धूड़ी कर इशनान। हर का नाम ध्याए सुन सबना नो कर दान। माग मजन संग साधुआ धूड़ी कर इशनान। हर का नाम ध्याए सुन सबना नो कर दान। जन्म करम मल उतरै मन ते जाए गुमान। काम क्रोध न मोहियै बिनसै लोभ सुवान। सच्चै मार्ग चलदियां उस्तत करे जहान। 68 तीरथ सगल पुन जी दया परवान। जिसनो देवै दया कर सोई पुरख सुजान। जिन्ना मिलिया प्रभ अपना नानक तिन कुर्बान। माग सुचे से कांडिया है जिन पूरा गुर मेहरबान। जिसनो देवै दया कर सोई पुरख सुजान। जिन्ना मिलिया प्रभ अपना नानक तिन कुर्बान। माग सुचे से कांडिया है जिन पूरा गुर मेहरबान। वाहिगुरु जी का खालसा वाहिगुरु जी की फतेह। धन धन साहिब श्री गुरु ग्रंथ साहिब जी महाराज जिन्हां दी पावन पवित्र हजूरी अंदर जुड़ करके अज माघ दे महीने दी संगरांद नूं मनाउंदियां होया संगत रूप विच श्री सुखमनी साहिब जी दे जाप कीते हन। सतगुरां दे दर उत्ते हाजरियां लवाइयां हन। सतगुरां दे शरण आए हाँ। जिस तरह पहला भी बेनती कीती सी कि 12 महीनों का सतगुरां ने उच्चारण किया है और 12 महीनों दे विच वख वख रुत्तां दा वर्णन किया है। किते सर्दी दा, किते गर्मी दा, किते तपश, किते कक्कर दा। और सतगुरां ने यह भी वर्णन किया है कि ये जिहड़ा रुत्तां दा प्रभाव है ये संसारी जीवां उत्ते पैंदा है। जिहड़े प्रभु मिलाप वाले हन जिन्हां ने अपने हिरदे दे विच परमात्मा नूं धारण किया है, सतगुरां दी भगती कीती है, सिमरन किया है, उन्हां दे उत्ते कोई प्रभाव नहीं पैंदा। इसे तरह अज माघ दे महीने की आरंभता हुई है। इस महीने विच सतगुरु जी साधुआं की संगत का महत्व सानू दसदे हन कि माघ दे महीने दे विच साधुआं की संगत करनी चाहिए है। लेकिन साधु है कौन, साधुआं की पछाण करनी भी जरूरी है। वो पछाण असीं तां ही कर सकते हाँ जे सतगुरां की गुरबाणी नूं पढ़दे होइए, सुनदे होइए, क्योंकि इहदे विच सारा कुछ दस्सिया गया है कि साधु किस तरह के हुंदे हन, उन्हां दीयां की निशानियां हन, उन्हां दी रहणी बहणी किस तरह की हुंदी है। साधु वो नहीं जो गलियां दे विच मंगदे फिरदे हन ढिड खातर, गुर पीर सदाए मंगण जाए ताके मूल न लागे पाए। एक तुक पढ़ के आपां ये नहीं अंदाजा लगा सकते जिस तरह सतगुरु जी ने अज कहा माघ मजन संग साधुआं धूड़ी कर इशनान। ये सुन के आपां सारिਆਂ ने जाके जदों कोई ऐसा जीव देख लिया
ਤਾਂ ਅਸੀਂ ਜਾ ਕੇ ਉਸਦੇ ਪੈਰੀਂ ਪੈਣ ਲੱਗ ਪਵਾਂਗੇ। ਲੇਕਿਨ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਕਿ ਪਹਿਲਾਂ ਪਛਾਣ ਕਰਨੀ ਬਣਦੀ ਹੈ ਕਿ ਸਾਧੂ ਹੈ ਵੀ ਕਿ ਭੇਖ ਧਾਰੀ ਹੈ, ਕਿਉਂਕਿ ਸਾਧੂ ਕਿਸੇ ਭੇਖ ਦੇ ਵਿੱਚ ਨਹੀਂ ਵੱਜਦਾ। ਸਾਧੂ ਦੀ ਕੋਈ ਜਾਤ ਨਹੀਂ, ਕੋਈ ਭੇਖ ਨਹੀਂ। ਸਾਧੂ ਸਾਰਿਆਂ ਦੇ ਸਾਂਝੇ ਹੁੰਦੇ ਹਨ। ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਧਾਰਨ ਕਰ ਲਿਆ, ਹਰੀ ਦੇ ਨਾਮ ਨੂੰ ਸਿਮਰ ਕੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਕਰ ਲਿਆ, ਜਿਸ ਨੇ ਸਾਰੇ ਆਪਣੇ ਕਰਮ ਇੰਦਰੀਆਂ ਦੇ ਉੱਤੇ ਕੰਟਰੋਲ ਕਰਕੇ, ਆਪਣੇ ਕਰਮ ਇੰਦਰੀਆਂ ਨੂੰ ਆਪਣੇ ਅਧੀਨ ਕਰਕੇ ਉਹਨਾਂ ਉੱਪਰ ਵਿਜੇ ਪ੍ਰਾਪਤ ਕਰ ਲਈ, ਉਸ ਨੂੰ ਸਾਧੂ ਦੱਸਦੇ ਹਨ। ਅੱਖਾਂ ਨਾਲ ਵੇਖਦੇ ਹਨ ਜਿਸ ਤਰ੍ਹਾਂ ਆਪਾਂ ਸਾਰੇ ਵੇਖਦੇ ਹਾਂ, ਪਰੰਤੂ ਦੇਖਣੀ ਉਹ ਚੀਜ਼ ਹੈ ਜੋ ਉਹਨਾਂ ਦੇ ਆਪਣੇ ਅਖਤਿਆਰ ਵਿੱਚ ਹੈ। ਕੇਵਲ ਪਰਮਾਤਮਾ ਨੂੰ ਅੱਖਾਂ ਦੇ ਨਾਲ ਦਰਸ਼ਨ ਕਰਨੇ ਹਨ, ਕੰਨਾਂ ਦੇ ਨਾਲ ਕੇਵਲ ਪਰਮਾਤਮਾ ਦੇ ਸਿਮਰਨ ਨੂੰ ਸੁਣਨਾ ਹੈ, ਪੈਰਾਂ ਦੇ ਨਾਲ ਕੇਵਲ ਤੇ ਕੇਵਲ ਸੱਚੀ ਸੰਗਤ ਵਿੱਚ ਚੱਲ ਕੇ ਜਾਣਾ ਹੈ। ਜਿਸ ਨੇ ਬ੍ਰਹਮ ਨੂੰ ਜਾਣ ਲਿਆ ਉਸ ਨੂੰ ਸਾਧੂ ਆਖਦੇ ਹਨ। ਸੋ ਐਸੇ ਸੰਸਾਰ ਦੇ ਵਿੱਚ ਵਿਰਲੇ ਹਨ। ਸਤਿਗੁਰਾਂ ਦੀ ਬਾਣੀ ਵਿੱਚ ਦਰਜ ਹੈ, ਇਸ ਯੁੱਗ ਮੇਂ ਕੋਈ ਵਿਰਲਾ ਬ੍ਰਹਮ ਗਿਆਨੀ, ਬਹੁਤ ਵਿਰਲੇ ਹਨ, ਕੋਈ ਭੀੜ ਨਹੀਂ ਹੈ। ਸੋ ਸਤਿਗੁਰੂ ਜੀ ਬਚਨ ਕਰਦੇ ਹਨ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਕਿ ਹੇ ਜੀਵ, ਹੇ ਇਸ ਸੰਸਾਰ ਵਿੱਚ ਆਏ ਹੋਏ ਜੀਵ, ਮਾਘ ਦੇ ਮਹੀਨੇ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਹੈ, ਉਸ ਮਹੀਨੇ ਵਿੱਚ ਸਾਧੂਆਂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਕਰ। ਤੇ ਕਰਨਾ ਕੀ ਹੈ? ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਸਾਧੂਆਂ ਦੇ ਕੋਲ ਜਾ ਕੇ ਹਰੀ ਦੇ ਨਾਮ ਨੂੰ ਧਿਆਉਣਾ ਕਰ, ਉਸ ਨੂੰ ਸੁਣਨਾ ਕਰ। ਉਸ ਦਾ ਮਤਲਬ ਕੀ ਹੈ ਕਿ ਸਾਧੂਆਂ ਨੇ ਆਪ ਭਗਤੀ ਕਰਕੇ, ਸਿਮਰਨ ਕਰਕੇ, ਤਪ ਕਰਕੇ, ਜੁਗਤੀ ਕਰਕੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਪ੍ਰਗਟ ਕਰ ਲਿਆ ਹੈ। ਤਾਂ ਜਦੋਂ ਜੀਵ ਇਸਤਰੀ ਉਸ ਦੇ ਕੋਲ ਜਾਏਗੀ ਤਾਂ ਉਹ ਵੀ ਹਰੀ ਦੀ ਪ੍ਰਾਪਤੀ ਵਾਸਤੇ ਜਾਏਗੀ। ਫਿਰ ਉਹ ਜਿਹੜਾ ਸਾਧੂ ਹੈ ਉਹ ਉਸ ਨੂੰ ਜੁਗਤੀ ਦੱਸੇਗਾ ਕਿ ਕਿਸ ਜੁਗਤੀ ਦੇ ਦੁਆਰਾ ਆਪਾਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਕਿਹੜੇ ਕਰਮ ਕਰਨੇ ਚਾਹੀਦੇ ਹਨ, ਕਿਹੜੇ ਕਰਮ ਨਹੀਂ ਕਰਨੇ ਚਾਹੀਦੇ। ਸੋ ਇਸ ਵਾਸਤੇ ਆਪਾਂ ਉਸ ਸਾਧੂ ਦੇ ਕੋਲ ਜਾਣਾ ਹੈ ਤੇ ਹਰ ਕਾ ਨਾਮ ਧਿਆਏ ਸੁਣ, ਹਰੀ ਦੇ ਨਾਮ ਨੂੰ ਧਿਆ ਕੇ ਸੁਣ ਕੇ, ਤੇ ਜਦੋਂ ਤੂੰ ਵੀ ਉਸ ਪਦਵੀ ਤੇ ਪਹੁੰਚੇਗਾ, ਪਰਮਾਤਮਾ ਦੀ ਪ੍ਰਾਪਤੀ ਕਰੇਗਾ, ਉਸ ਅਵਸਥਾ ਨੂੰ ਹਾਸਲ ਕਰ ਲਵੇਂਗਾ, ਤੇ ਉਹ ਜਿਹੜੀ ਭਗਤੀ ਹੈ ਸਭਨਾਂ ਨੂੰ ਕਰ ਦਾਨ, ਦੂਸਰਿਆਂ ਨੂੰ ਉਸ ਦਾ ਦਾਨ ਜਿਹੜਾ ਹੈ ਉਹ ਤੂੰ ਕਰਨ ਜੋਗਾ ਹੋ ਜਾਵੇਂਗਾ, ਦੇਣਾ ਕਰੇਗਾ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗਮਾਨ। ਭਗਤੀ ਕਰਨ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਜਿਹੜੇ ਕਰਮ ਹਨ ਨਾ, ਉਹਨਾਂ ਦੀ ਜਿਹੜੀ ਮੈਲ ਹੈ ਉਹ ਉਤਰ ਜਾਂਦੀ ਹੈ। ਜਨਮ ਜਨਮ ਕੀ ਮਨ ਲਾਗੀ, ਇਸ ਮਨ ਕੋ ਕਾਲਾ ਹੋਆ ਸਵਾ। ਕਈ ਜਨਮ ਹੋ ਗਏ ਹਨ, ਕਰਮਾਂ ਰੂਪੀ ਮੈਲ ਜਿਹੜੀ ਹੈ ਇਹਦੇ ਮਨ ਦੇ ਵਿੱਚ ਉੱਤੇ ਚੜ੍ਹ ਚੁੱਕੀ ਹੈ, ਉਹ ਉਤਰਦੀ ਨਹੀਂ ਹੈ। ਜਿੰਨੇ ਮਰਜ਼ੀ ਕਰਮ ਕਰੀਏ ਬਾਹਰ ਮੁਖੀ, ਆਪਾਂ ਸਾਧਨ ਬਹੁਤ ਕਰਦੇ ਹਾਂ, ਲੇਕਿਨ ਬਾਹਰ ਮੁਖੀ ਸਾਧਨਾ ਦੇ ਦੁਆਰਾ ਉਹ ਕਰਮਾਂ ਦੀ ਜਿਹੜੀ ਮੈਲ ਹੈ ਉਹ ਨਹੀਂ ਲੱਥਦੀ। ਉਹ ਕੇਵਲ ਤੇ ਕੇਵਲ ਪ੍ਰਭੂ ਦੇ ਸਿਮਰਨ ਦੁਆਰਾ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਜਪ ਕਰਨ ਦੇ ਨਾਲ ਹੀ ਉਤਰਦੀ ਹੈ। ਅਤੇ ਮਨ ਤੇ ਜਾਏ ਗੁਮਾਨ, ਮਨ ਦੇ ਉੱਪਰੋਂ ਜਿਹੜਾ ਗੁਮਾਨ ਹੈ ਨਾ, ਹੰਕਾਰ ਹੈ, ਉਹ ਲੱਥ ਜਾਂਦਾ ਹੈ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ। ਜਦੋਂ ਭਗਤੀ ਕਰਾਂਗੇ, ਪਰਮਾਤਮਾ ਦਾ ਸਿਮਰਨ ਕਰਾਂਗੇ, ਉਸ ਦੀ ਆਰਾਧਨਾ ਕਰਾਂਗੇ, ਤੇ ਜਿਹੜੇ ਕਾਮ ਕ੍ਰੋਧ ਆਦਿਕ ਮੋਹ ਸਾਡੇ ਉੱਤੇ ਭਾਰੀ ਪਏ ਹਨ, ਜਿਨ੍ਹਾਂ ਦਾ ਪ੍ਰਭਾਵ ਸਾਡੇ ਉੱਤੇ ਬਹੁਤ ਛੇਤੀ ਪਹਿਲਾਂ ਪੈ ਜਾਂਦਾ ਸੀ, ਬਿਨਸੈ ਲੋਭ ਸਵਾਨ, ਅਤੇ ਲੋਭ ਰੂਪੀ ਕੁੱਤਾ ਜਿਹੜਾ ਸਾਡੇ ਉੱਪਰ ਆਪਣਾ ਪ੍ਰਭਾਵ ਪਾ ਕੇ ਰੱਖਦਾ ਸੀ, ਇਹ ਸਾਰੇ ਔਗਣ ਉਸ ਉੱਤੋਂ ਜਿਹੜੇ ਹਨ ਉਹ ਲੱਥ ਜਾਂਦੇ ਹਨ, ਬਿਨਸ ਜਾਂਦੇ ਹਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਸੱਚ ਦਾ ਮਾਰਗ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ, ਪ੍ਰਭੂ ਭਗਤੀ ਦੇ ਨਾਲ ਪ੍ਰੇਮ, ਪਰਮਾਤਮਾ ਦੇ ਨਾਲ ਪ੍ਰੀਤ, ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨਾ, ਇਹ ਸੱਚ ਦਾ ਮਾਰਗ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ, ਇਸ ਮਾਰਗ ਉੱਤੇ ਚੱਲਦਿਆਂ ਫਿਰ ਜਿਹੜਾ ਜਹਾਨ ਹੈ ਨਾ ਤੁਹਾਡੀ ਉਸਤਤ ਕਰਦਾ ਹੈ, ਸਿਫਤ ਕਰਦਾ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਅੱਜ ਮਾਘੀ ਦਾ ਮਹੀਨਾ ਹੈ। ਇਸ਼ਨਾਨ ਕਰਨਾ ਇੱਕ ਵੱਡਾ ਪੁੰਨ ਮੰਨਿਆ ਜਾਂਦਾ ਹੈ ਕਿ ਮਾਘੀ ਦੇ ਉੱਪਰ ਇਸ਼ਨਾਨ ਕਰਨਾ ਹੈ। ਪਿਛਲੇ ਜ਼ਮਾਨੇ ਦੇ ਵਿੱਚ ਲੋਕ 68 ਤੀਰਥਾਂ ਦੇ ਜਿਹੜੇ ਹਨ ਨਾ ਉਹ ਇਸ਼ਨਾਨ ਕਰਦੇ ਸਨ।
ਉਦੋਂ ਸਾਧਨ ਇੰਨੇ ਜ਼ਿਆਦਾ ਨਹੀਂ ਸਨ। ਘਰੋਂ ਤੁਰਦੇ ਸਨ, ਕਈ ਸਾਲ ਲੱਗ ਜਾਂਦੇ ਸਨ ਕਿ ਜਦੋਂ ਪੁੱਛਦੇ ਸਨ ਫਲਾਨਾ ਕਿੱਥੇ ਗਿਆ ਜੀ, ਉਹ ਤੀਰਥਾਂ 'ਤੇ ਇਸ਼ਨਾਨ ਕਰਨ ਗਿਆ। ਲੇਕਿਨ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਕਿਸੇ ਜੀ ਦੇ ਉੱਤੇ ਦਇਆ ਕਰ ਦਈਏ ਨਾ ਤਾਂ 68 ਤੀਰਥਾਂ ਦਾ ਜੋ ਸਗਲ ਪੁੰਨ ਤੁਹਾਨੂੰ ਪ੍ਰਾਪਤ ਹੋਣਾ ਹੈ ਉਹ ਮਿਲ ਜਾਂਦਾ ਹੈ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਹੁਣ ਇਹ ਜਿਹੜੇ ਸਾਰੇ ਗੁਣ ਹਨ ਇਹ ਆਪਣੇ ਆਪ ਨਹੀਂ ਆਉਂਦੇ, ਇਹ ਤੁਹਾਡੇ ਪੂਰਬਲੇ ਕਰਮਾਂ ਦੇ ਕੀਤੇ ਹੋਏ ਜਿਹੜੇ ਕਰਮ ਹਨ ਉਹ ਜਦੋਂ ਪ੍ਰਗਟ ਹੁੰਦੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟਿਓ ਭੇਟਿਓ ਰਸਕ ਪੁਰਖ ਬੈਰਾਗੀ। ਮਿਟਤ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਦੋਂ ਤੁਹਾਡੇ ਪੂਰਬਲੇ ਕਰਮ ਪ੍ਰਗਟ ਹੁੰਦੇ ਹਨ ਫਿਰ ਸਾਧੂਆਂ ਦੀ ਸੰਗਤ ਹੁੰਦੀ ਹੈ, ਫਿਰ ਉਹ ਤੁਹਾਨੂੰ ਤੁਹਾਡੀ ਪਹਿਚਾਣ ਦੱਸਦੇ ਹਨ। ਤਾਂ ਭਗਤੀ ਕਰਕੇ ਤੁਹਾਨੂੰ ਜਿਹੜਾ ਇਹ ਪਦ ਪ੍ਰਾਪਤ ਹੁੰਦਾ ਹੈ। ਉਸ ਦੀ ਕਿਰਪਾ ਹੋਵੇ ਤਾਂ ਹੀ ਜਿਹੜਾ ਜੀਵ ਹੈ ਉਹ ਸਿਆਣਾ ਆਖਿਆ ਜਾਂਦਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਇਹਨਾਂ ਸਾਰੇ ਗੁਣਾਂ ਨੂੰ ਧਾਰਨ ਕਰਕੇ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਦਾ ਸਿਮਰਨ ਕਰਕੇ ਜਿਨ੍ਹਾਂ ਨੇ ਪ੍ਰਭੂ ਨੂੰ ਪਾਲਿਆ, ਨਾਨਕ ਦੇਵ ਜੀ ਕਹਿੰਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਮਾਘ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ। ਮਾਘ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਸੁੱਚੇ ਆਖਿਆ ਜਾਂਦਾ ਹੈ, ਉਹਨਾਂ ਨੂੰ ਸੁੱਚੇ ਕਿਹਾ ਜਾਂਦਾ ਹੈ ਜਿਨ੍ਹਾਂ ਉੱਤੇ ਸਤਿਗੁਰੂ ਪੂਰਾ ਆਪ ਮਿਹਰਬਾਨ ਹੁੰਦਾ ਹੈ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅੱਜ ਬਖਸ਼ਿਸ਼ ਕੀਤੀ ਹੈ। ਇੰਨੇ ਸਵਾਸ ਆਪਾਂ ਨੂੰ ਬਖਸ਼ਿਸ਼ ਕੀਤੇ ਹਨ ਕਿ ਮਾਘ ਦੇ ਮਹੀਨੇ ਦੀ ਸੰਗਰਾਂਦ ਨੂੰ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਮਨਾ ਕੇ ਹਾਜ਼ਰੀਆਂ ਭਰ ਰਹੇ ਹਨ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਲਵਾਉਣ। ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਭਰੋਸਾ ਬਖਸ਼ਿਸ਼ ਕਰਨ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਣੀ ਹੈ। ਉਪਰੰਤ ਗੁਰੂ ਕੇ ਲੰਗਰਾਂ ਵਿੱਚ ਚਾਹ ਦੇ ਲੰਗਰ ਤਿਆਰ ਹਨ, ਸਾਰੀਆਂ ਸੰਗਤਾਂ ਨੇ ਛਕ ਕੇ ਜਾਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।